सत श्री अकाल। एसोसीएशन फॉर डेमोक्रेटिक रिफॉर्म्स एक ਇਹੋ ਜਿਹੀ ਬੋਡੀ ਹੈ ਜਿਹੜੀ ਜਿੰਨੀ ਵੀ ਪੋਲੀਟੀਕਲ ਪਾਰਟੀਜ਼ ਨੇ, ਉਹਨਾਂ ਦੇ ਕੈਂਡੀਡੇਟਸ ਨੇ, ਉਹਨਾਂ ਦੀ ਇਨਕਮ, ਐਕਸਪੈਂਡੀਚਰ, ਪੈਸਾ ਕਿੱਥੋਂ ਆ ਰਿਹਾ, ਕਿੱਥੇ ਜਾ ਰਿਹਾ ਹੈ, ਕੈਂਡੀਡੇਟਸ ਦੇ ਕ੍ਰਿਮੀਨਲ ਰਿਕਾਰਡ, ਇਹ ਸਾਰਾ ਕੁਝ ਇਕੱਠਾ ਕਰਦੀ ਹੈ ਪਬਲਿਕ ਡੋਮੇਨ 'ਚ। ਯਾਨੀ ਕਿ ਜੇ ਮੈਂ ਪਾਰਟੀਆਂ ਦੀ ਗੱਲ ਕਰਾਂ ਤਾਂ ਉਹਨਾਂ ਦੀ ਇਨਕਮ ਟੈਕਸ ਰਿਟਰਨਸ ਜਾਂ ਫਿਰ ਜਿੰਨਾ ਵੀ ਉਹ ਇਨਫੋਰਮੇਸ਼ਨ ਇਲੈਕਸ਼ਨ ਕਮਿਸ਼ਨ ਨੂੰ ਦਿੰਦੇ ਉਹਨੂੰ ਇਕੱਠਾ ਕਰਕੇ ਕੰਸੋਲੀਡੇਟਿਡ ਰਿਪੋਰਟ ਪੇਸ਼ ਕਰਦੀ ਹੈ। ਹੋਰ ਬਹੁਤ ਕੁਝ ਕਰਦੀ ਹੈ, ਪਰ ਅੱਜ ਮੈਂ ਸੋਚਿਆ ਚੋਣਾਂ ਤੋਂ ਪਹਿਲਾਂ ਜੋ ਲੇਟੈਸਟ ਰਿਪੋਰਟਸ ਨੇ ਉਹਨਾਂ ਨੂੰ ਇਕੱਠਾ ਕਰਕੇ ਉਹਨਾਂ 'ਚ ਕੁਝ ਨਿਚੋੜ ਕੱਢ ਕੇ ਤੁਹਾਨੂੰ ਜਾਣਕਾਰੀ ਦਈਏ ਤਾਂ ਕਿ ਤੁਹਾਨੂੰ ਤੁਹਾਡੀਆਂ ਪਾਰਟੀਆਂ ਬਾਰੇ ਥੋੜੀ ਜੀ ਨੌਲੇਜ ਹੋ ਸਕੇ। ਇੱਕ ਚੀਜ਼ ਤਾਂ ਪਹਿਲਾਂ ਹੀ ਕਲੀਅਰ ਕਰ ਲਈਏ ਕਿ ਬੀਜੇਪੀ, ਕਾਂਗਰਸ ਤੇ ਬਸਪਾ ਇਹ ਤਿੰਨ ਨੈਸ਼ਨਲ ਪਾਰਟੀਆਂ ਚਾਹੁੰਦੀਆਂ ਨੇ। ਸੋ ਇਹਨਾਂ ਦੇ ਜਿਹੜੇ ਵੀ ਅੰਕੜੇ ਨੇ ਉਹ ਨੈਸ਼ਨਲ ਲੈਵਲ ਤੋਂ ਇਕੱਠੇ ਕੀਤੇ ਗਏ ਨੇ, ਜਦਕਿ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਜੋ ਕਿ ਰੀਜਨਲ ਪਾਰਟੀਆਂ ਨੇ ਉਹਨਾਂ ਦੇ ਓਬਵੀਅਸਲੀ ਸਿਰਫ ਉਨੇ ਹੀ ਏਰੀਆ 'ਚ ਹੋਣਗੇ। ਇਸ ਕਰਕੇ ਇਹਨਾਂ 'ਚ ਫਰਕ ਬਹੁਤ ਜ਼ਿਆਦਾ ਹੈ। ਜਿਹੜੀਆਂ ਦੋ ਹੋਰ ਨਵੀਆਂ ਪਾਰਟੀਆਂ ਇਸ ਵਾਰ ਇਲੈਕਸ਼ਨ ਵਿੱਚ ਹੈਗੀਆਂ ਨੇ, ਯਾਨੀ ਕਿ ਸੰਯੁਕਤ ਸਮਾਜ ਮੋਰਚਾ ਤੇ ਨਾਲ ਹੀ ਪੰਜਾਬ ਲੋਕ ਕਾਂਗਰਸ ਅਮਰਿੰਦਰ ਸਿੰਘ ਦੀ, ਉਹਨਾਂ ਦਾ ਡੇਟਾ ਓਬਵੀਅਸਲੀ ਨਹੀਂ ਹੈ ਕਿਉਂਕਿ ਉਹ ਬਹੁਤ ਨਵੀਆਂ ਨੇ। ਖੈਰ, ਸ਼ੁਰੂ ਕਰਦੇ ਹਾਂ ਬੀਜੇਪੀ ਤੋਂ। ਸਾਲ 2019-2020 ਦਾ ਜਿਹੜਾ ਫਾਈਨੈਂਸ਼ੀਅਲ ਈਅਰ ਸੀਗਾ ਉਹਦੇ ਵਿੱਚ ਜੇ ਬੀਜੇਪੀ ਦੇ ਐਸੈਟਸ ਦੀ ਗੱਲ ਕਰੀਏ, ਬੀਜੇਪੀ ਕੋਲ ਕਿੰਨੇ ਐਸੈਟਸ ਨੇ, ਉਹ 450 ਕਰੋੜ ਦੇ ਲਗਭਗ ਹੈ। ਇੱਕ ਵਾਰ ਫੇਰ ਦੱਸ ਦਿੰਦੇ, 450 ਕਰੋੜ ਰੁਪਏ ਇਹਨਾਂ ਦੇ ਐਸੈਟਸ ਨੇ। ਇਨਕਮ ਜਿਹੜੀ ਇਸ ਇੱਕ ਫਾਈਨੈਂਸ਼ੀਅਲ ਈਅਰ 'ਚ ਹੈ ਉਹ 3623 ਕਰੋੜ ਇਨਕਮ ਹੈ ਤੇ ਐਕਸਪੈਂਡੀਚਰ ਯਾਨੀ ਕਿ ਖਰਚਾ 1651 ਕਰੋੜ। ਬੀਜੇਪੀ ਦੀ ਇਨਕਮ 18-19 ਦਾ ਜਿਹੜਾ ਸਾਲ ਸੀਗਾ ਤੇ 19-20 ਦਾ ਜਿਹੜਾ ਸਾਲ ਹੈ ਉਹਦੇ 'ਚ 50% ਤੋਂ ਵੀ ਵੱਧ ਦੀ ਇਨਕਰੀਜ਼ ਹੈ। ਯਾਨੀ ਕਿ 18-19 ਵਿੱਚ ਇਨਕਮ ਸੀਗੀ 2410 ਕਰੋੜ ਤੇ 19-20 ਜਿਹੜਾ ਫਾਈਨੈਂਸ਼ੀਅਲ ਈਅਰ ਹੈ ਉਹਦੇ ਵਿੱਚ ਇਨਕਮ ਹੋ ਗਈ 3623 ਕਰੋੜ। ਹੁਣ ਇਹਦੇ 'ਚੋਂ ਬੀਜੇਪੀ ਨੇ ਇਲੈਕਸ਼ਨ ਦਾ ਐਕਸਪੈਂਡੀਚਰ ਹੈ ਜਿਹੜਾ ਤੇ ਜਿਹੜਾ ਪ੍ਰੋਪੇਗੈਂਡਾ ਯਾਨੀ ਕਿ ਆਪਣੀ ਮਸ਼ਹੂਰੀ ਜਿੰਨੀ ਵੀ ਹੁੰਦੀ ਹੈ ਪਾਰਟੀ ਦੀ, ਉਹਦੇ ਤੇ ਇਹ ਸਾਰੇ ਪੈਸੇ ਚੋਂ 82% ਪੈਸਾ ਖਰਚਿਆ। ਯਾਨੀ ਕਿ 82% ਪੈਸਾ ਬੀਜੇਪੀ ਨੇ ਆਪਣਾ ਜਿਹੜਾ ਖਰਚਿਆ ਹੈ ਉਹ ਇਲੈਕਸ਼ਨ ਦਾ ਫੰਡ ਜਾਂ ਪ੍ਰੋਪੇਗੈਂਡਾ ਜਿਹਦੇ 'ਚ ਉਹਨਾਂ ਦੀ ਮਸ਼ਹੂਰੀ, ਪਾਰਟੀ ਕੀ ਕਨਵੇ ਕਰਨਾ ਚਾਹੁੰਦੀ ਹੈ, ਕੀ ਮੈਸੇਜਿੰਗ ਦੇਣਾ ਚਾਹੁੰਦੀ ਹੈ ਅੱਗੇ, ਉਹ ਹੈ। ਇਹ 82% ਜੇ ਰਾਸ਼ੀ ਮੈਂ ਦੱਸਾਂ ਤਾਂ ਉਹ 1353 ਕਰੋੜ ਦੇ ਨੇੜੇ ਤੇੜੇ ਦੀ ਹੈ। ਹੁਣ ਗੱਲ ਕਰ ਲੈਂਦੇ ਹਾਂ ਦੂਜੀ ਵੱਡੀ ਪਾਰਟੀ ਕਾਂਗਰਸ ਦੀ। ਕਾਂਗਰਸ ਦੇ ਜੇ ਮੈਂ ਐਸੈਟਸ ਦੀ ਗੱਲ ਕਰਾਂ ਤਾਂ 558 ਕਰੋੜ ਤੋਂ ਜ਼ਿਆਦਾ ਦੇ ਐਸੈਟਸ ਹੈ। ਇਨਕਮ ਦੀ ਜੇ ਗੱਲ ਕਰਾਂ ਸਾਲ 2019-20 ਵਿੱਚ ਉਹ 682 ਕਰੋੜ ਤੋਂ ਵੀ ਜ਼ਿਆਦਾ ਹੈ ਤੇ ਐਕਸਪੈਂਡੀਚਰ ਇਨਕਮ ਤੋਂ ਜ਼ਿਆਦਾ ਹੈ, ਉਹ ਹੈ 998 ਕਰੋੜ। ਜੇ 2018-19 ਤੋਂ ਗੱਲ ਕਰਾਂ ਤਾਂ ਇਨਕਮ 918 ਕਰੋੜ ਸੀਗੀ, ਯਾਨੀ ਕਿ ਲਗਭਗ 26% ਘਟੀ ਹੈ ਇਨਕਮ। ਤੇ ਹਾਂ, ਜਿਹੜਾ ਐਕਸਪੈਂਡੀਚਰ ਹੈ ਉਹ 864 ਕਰੋੜ ਐਕਸਪੈਂਡੀਚਰ ਕੀਤਾ ਗਿਆ ਹੈ ਇਲੈਕਸ਼ਨ ਤੇ ਪ੍ਰੋਪੇਗੈਂਡਾ ਉੱਤੇ, ਯਾਨੀ ਕਿ ਲਗਭਗ 87% ਇਨਕਮ ਦਾ ਸਾਰਾ ਇਸ ਉੱਤੇ ਖਰਚਿਆ ਗਿਆ। ਤੀਜੀ, ਜਿਵੇਂ ਕਿ ਮੈਂ ਜ਼ਿਕਰ ਕੀਤਾ ਸੀਗਾ ਨੈਸ਼ਨਲ ਪਾਰਟੀ ਬਸਪਾ, ਉਹਦੀ ਜਿਹੜੀ ਐਸੈਟਸ ਹੈ ਉਹ 698 ਕਰੋੜ ਨੇ। ਇਨਕਮ ਹੈ 2019-20 ਦੀ 58.25 ਕਰੋੜ ਤੇ ਐਕਸਪੈਂਡੀਚਰ ਇਨਕਮ ਤੋਂ ਜ਼ਿਆਦਾ ਇਸ ਵਾਰ ਵੀ 95 ਕਰੋੜ। ਤੇ ਜੇ ਇਲੈਕਸ਼ਨ ਤੇ ਕਿੰਨਾ ਖਰਚਾ ਕਰਦੇ ਨੇ ਉਹਦੀ ਗੱਲ ਕਰੀਏ ਤਾਂ ਸਿਰਫ 94.5%। ਹੁਣ ਗੱਲ ਕਰਦੇ ਹਾਂ ਜਿਹੜੀਆਂ ਸਾਡੀਆਂ ਦੋ ਵੱਡੀਆਂ ਰੀਜਨਲ ਪਾਰਟੀਆਂ ਜਿਹਨੂੰ ਅਸੀਂ ਮੰਨਦੇ ਹਾਂ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ। ਆਮ ਆਦਮੀ ਪਾਰਟੀ ਦੀ ਇਨਕਮ ਲਗਭਗ 50 ਕਰੋੜ ਦੇ ਨੇੜੇ ਸੀਗੀ ਤੇ ਐਕਸਪੈਂਡੀਚਰ ਜਿਹੜਾ ਹੈ ਉਹ 38.8 ਕਰੋੜ ਦੇ ਨੇੜੇ ਤੇੜੇ ਹੈ। ਜੇ ਇਨਕਮ ਦੀ ਇਨਕਰੀਜ਼ ਦੀ ਗੱਲ ਕਰਾਂ ਤਾਂ 18-19 ਦਾ ਜਿਹੜਾ ਸਾਲ ਸੀਗਾ 2018-19 ਉਹਦੇ ਚੋਂ 150% ਤੋਂ ਵੀ ਜ਼ਿਆਦਾ ਦੀ ਇਨਕਰੀਜ਼ ਹੈ, ਯਾਨੀ ਕਿ 19.3 ਕਰੋੜ ਸੀ 2018-19 ਚ, ਉਹ ਵੱਧ ਕੇ ਇਨਕਮ ਲਗਭਗ 50 ਕਰੋੜ ਦੇ ਨੇੜੇ ਪਹੁੰਚ ਗਈ ਹੈ। ਹੁਣ ਇਹਨਾਂ ਦਾ ਜਿਹੜਾ ਇਲੈਕਸ਼ਨ ਦਾ ਐਕਸਪੈਂਡੀਚਰ ਹੈ ਉਹਦੀ ਜੇ ਮੈਂ ਗੱਲ ਕਰ ਲਾਂ ਤਾਂ 28.8 ਕਰੋੜ ਇਲੈਕਸ਼ਨ ਐਕਸਪੈਂਡੀਚਰ ਹੈ ਤੇ 5.7 ਕਰੋੜ ਪ੍ਰੋਪੇਗੈਂਡਾ ਐਕਸਪੈਂਡੀਚਰ। ਇਹ ਦੋਵਾਂ ਨੂੰ ਮਿਲਾ ਕੇ ਯਾਨੀ ਕਿ ਪਾਰਟੀ ਦੀ ਮਸ਼ਹੂਰੀ ਆ, ਇਲੈਕਸ਼ਨ 'ਚ ਖਰਚਿਆ ਪੈਸਾ 90% ਦੇ ਆਸ-ਪਾਸ ਹੈ। ਤੇ ਜੇ ਐਸੈਟਸ ਦੀ ਗੱਲ ਕਰਾਂ ਤਾਂ ਆਮ ਆਦਮੀ ਪਾਰਟੀ ਦੇ ਲਗਭਗ 20 ਕਰੋੜ ਦੇ ਐਸੈਟਸ ਨੇ। ਹੁਣ ਅਖੀਰ 'ਚ ਸ਼੍ਰੋਮਣੀ ਅਕਾਲੀ ਦਲ, ਇਹਨਾਂ ਦੀ ਇਨਕਮ 2019-20 ਦਾ ਜਿਹੜਾ ਸਨ ਸੀਗਾ ਫਾਈਨੈਂਸ਼ੀਅਲ ਈਅਰ ਉਹਦੇ ਵਿੱਚ 16.5 ਕਰੋੜ ਦੇ ਨੇੜੇ ਤੇੜੇ ਤੇ ਇਹਦੇ ਚੋਂ 7.17 ਕਰੋੜ ਅਨਨੋਨ ਸੋਰਸਿਸ ਤੋਂ ਹੈ। ਖੈਰ, ਐਕਸਪੈਂਡੀਚਰ ਇਸ 16.5 ਕਰੋੜ ਦੇ ਲਗਭਗ ਦੀ ਰਾਸ਼ੀ ਚੋਂ
13 ਕਰੋੜ ਤੋਂ ਵੀ ਵੱਧ ਦਾ ਸੀਗਾ ਤੇ ਜੇ ਇਨਕਮ ਦੀ ਇਨਕਰੀਜ਼ ਦੀ ਗੱਲ ਕਰਾਂ ਤਾਂ 237% ਤੋਂ ਵੀ ਵੱਧ ਦੀ ਇਨਕਰੀਜ਼ ਹੋਈ ਹੈ ਇਨਕਮ 'ਚ। ਯਾਨੀ ਕਿ 2018-19 ਦੇ ਸਾਲ 'ਚ ਜੋ ਇਹਨਾਂ ਦੀ ਇਨਕਮ 4.88 ਕਰੋੜ ਸੀ, ਉਹ ਵੱਧ ਕੇ ਇੱਕ ਸਾਲ 16.97 ਕਰੋੜ ਯਾਨੀ ਕਿ 16.5 ਕਰੋੜ ਦੇ ਲਗਭਗ ਰਹੀ ਹੈ। ਇਲੈਕਸ਼ਨ ਐਕਸਪੈਂਡੀਚਰ ਦੀ ਜਿਸ ਤਰ੍ਹਾਂ ਅਸੀਂ ਬਾਕੀਆਂ 'ਚ ਵੀ ਗੱਲ ਕੀਤੀ, ਉਹਦੀ ਜੇ ਗੱਲ ਕਰਾਂ ਤਾਂ ਲਗਭਗ 6 ਕਰੋੜ ਇਹਨਾਂ ਦਾ ਇਲੈਕਸ਼ਨ ਐਕਸਪੈਂਡੀਚਰ ਹੈ, ਜਿਹੜਾ ਕਿ ਇਹਨਾਂ ਦੀ ਇਨਕਮ ਜਾਂ ਜਿਹੜਾ ਇਹਨਾਂ ਦੇ ਐਕਸਪੈਂਡੀਚਰ ਹੈ ਉਹਦਾ 45% ਹੈ। ਜੇ ਐਸੈਟਸ ਦੀ ਗੱਲ ਕਰਾਂ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਡਿਕਲੇਅਰ ਕੀਤੇ ਹੈ ਸਿਰਫ 2.17 ਕਰੋੜ ਦੇ ਐਸੈਟਸ। ਹੁਣ ਇਹ ਗੱਲਾਂ ਕਿਉਂ ਜ਼ਰੂਰੀ ਨੇ ਸਾਡੇ ਲਈ? ਸਿਰਫ ਇਸ ਕਰਕੇ ਕਿ ਅਸੀਂ ਦੇਖੀਏ ਕਿ ਕਿਹੜੀ ਪਾਰਟੀਆਂ ਦੀ ਇਨਕਮ ਕਦੋਂ ਤੇ ਕਿਸ ਤਰ੍ਹਾਂ ਵੱਧ ਰਹੀ ਹੈ, ਐਕਸਪੈਂਡੀਚਰ ਕਦੋਂ ਤੇ ਕਿਸ ਤਰ੍ਹਾਂ ਵੱਧ ਰਿਹਾ ਜਾਂ ਘਟ ਰਿਹਾ ਤੇ ਕਿਹੜੀਆਂ ਚੀਜ਼ਾਂ ਤੇ ਹੋ ਰਿਹਾ ਹੈ, ਤੇ ਅਸੀਂ ਖੁਦ ਡਿਸਾਈਡ ਕਰ ਸਕਦੇ ਹਾਂ ਤੇ ਕਿਹੜੀਆਂ ਚੀਜ਼ਾਂ ਤੇ ਹੋਣਾ ਚਾਹੀਦਾ ਹੈ, ਕਿਹੜੀਆਂ ਸਾਡੇ ਲਈ ਬੈਨੀਫੀਸ਼ੀਅਲ ਨੇ ਤੇ ਕਿਹੜੀਆਂ ਨਹੀਂ ਨੇ। ਲੇਕਿਨ ਇੱਕ ਗੱਲ ਤਾਂ ਪੱਕੀ ਹੈ ਕਿ ਜ਼ਿਆਦਾਤਰ ਪਾਰਟੀਆਂ ਦਾ ਜ਼ੋਰ, ਜਿਹੜਾ ਜ਼ਿਆਦਾ ਖਰਚਾ ਹੈ, ਉਹ ਇਲੈਕਸ਼ਨ ਤੇ ਪ੍ਰੋਪੇਗੈਂਡਾ ਐਕਸਪੈਂਡੀਚਰ ਹੈ। ਇੱਕ ਵਾਰ ਹੋਰ ਇਹ ਗੱਲ ਸਮਝ ਲੈਂਦੇ ਹਾਂ, ਜਿੰਨੀਆਂ ਵੀ ਇਲੈਕਸ਼ਨਾਂ ਹੁੰਦੀਆਂ ਨੇ, ਚਾਹੇ ਉਹ ਸਟੇਟ ਦੀਆਂ ਹੋਣ, ਜਿਹੜੇ ਨੈਸ਼ਨਲ ਪਾਰਟੀਆਂ ਹੈ ਉਹਨਾਂ ਲਈ ਨੈਸ਼ਨਲ ਦੀਆਂ ਹੋਣ, ਉਹਦੇ ਤੇ ਤਾਂ ਖਰਚਾ ਹੈ ਹੀ ਹੈ, ਲੇਕਿਨ ਪ੍ਰੋਪੇਗੈਂਡਾ ਐਕਸਪੈਂਡੀਚਰ ਇੱਕ ਬਹੁਤ ਜ਼ਿਆਦਾ ਅੱਜਕੱਲ ਸ਼ੁਰੂ ਹੋ ਗਿਆ ਹੈ। ਪ੍ਰੋਪੇਗੈਂਡਾ ਜਿਹੜਾ ਜ਼ਿਆਦਾਤਰ ਇੱਕ ਨੈਗੇਟਿਵ ਵਰਡ ਮੰਨਿਆ ਜਾਂਦਾ ਹੈ, ਜਦੋਂ ਕਿ ਪਾਰਟੀ ਆਪਣੀ ਆਈਡੀਓਲੋਜੀ ਜਾਂ ਫਿਰ ਆਪਣਾ ਜਿਹੜਾ ਮੈਸੇਜ ਹੈ ਉਹਨੂੰ ਪ੍ਰਮੋਟ ਕਰਨਾ ਚਾਹੁੰਦੀ ਹੈ। ਸੋ ਪ੍ਰੋਪੇਗੈਂਡਾ ਨੈਗੇਟਿਵ ਵੀ ਹੋ ਸਕਦਾ ਹੈ। ਜੇ ਬੀਜੇਪੀ ਦੇ ਕੋਈ ਸਰਟਨ ਪਾਲਿਸੀਜ਼ ਨੇ ਜਾਂ ਆਈਡੀਓਲੋਜੀਜ਼ ਹੈ, ਕਾਂਗਰਸ ਦੀਆਂ ਆਪਣੀਆਂ ਨੇ, ਉਹਨੂੰ ਪੁਸ਼ ਕਰਨ ਲਈ ਵੇਰੀਅਸ ਮੀਡੀਆ ਚੈਨਲਸ ਵਿੱਚ, ਚਾਹੇ ਉਹ ਮੇਨ ਸਟ੍ਰੀਮ ਮੀਡੀਆ ਹੋਵੇ, ਅਖਬਾਰਾਂ, ਟੀਵੀ, ਇਹ ਸਭ, ਜਾਂ ਫਿਰ ਉਹਨਾਂ ਦੇ ਆਪਣੇ ਫੇਸਬੁੱਕ ਪੇजेस ਹੋਣ ਜਾਂ ਆਈਟੀ ਸੈਲਸ ਦੀ ਅਸੀਂ ਗੱਲ ਕਰਦੇ ਹਾਂ, ਉਹਨਾਂ ਤੇ ਖਰਚਾ ਹੈ। ਤੇ ਤੁਸੀਂ ਦੇਖਿਆ ਜ਼ਿਆਦਾਤਰ ਇਹਨਾਂ ਦੇ ਜਿਹੜੇ ਐਕਸਪੈਂਡੀਚਰਸ ਨੇ ਉਹ ਇਸੇ ਗੱਲ ਉੱਤੇ, ਸੋ ਇਹਨਾਂ ਦਾ ਜ਼ੋਰ ਇਸੇ ਗੱਲ ਉੱਤੇ ਅੱਜਕੱਲ ਲੱਗਿਆ ਹੋਇਆ। ਖੈਰ, ਇੱਕ ਚੀਜ਼ ਵੀ ਅਸੀਂ ਹੋਰ ਦੇਖੀ ਹੈ ਕਿ ਇਨ ਪਾਵਰ ਹੋ ਕੇ ਬੀਜੇਪੀ ਦੀ ਇੱਕ ਸਾਲ 'ਚ ਕਿੰਨੀ ਇਨਕਮ ਵੱਧਦੀ ਹੈ ਤੇ ਕਾਂਗਰਸ ਜੋ ਪਾਵਰ 'ਚ ਨਹੀਂ ਹੈ ਉਹਦੀ ਇੱਕ ਸਾਲ 'ਚ ਕਿੰਨੀ ਘਟਦੀ ਹੈ। ਇਹ ਕਿਵੇਂ ਹੁੰਦਾ ਹੈ? ਇਹ ਸ਼ਾਇਦ ਸਾਨੂੰ ਸੋਚਣ ਦੀ ਲੋੜ ਹੈ ਕਿ ਪਾਵਰ 'ਚ ਰਹਿ ਕੇ ਇੰਨੀ ਇਨਕਮ ਵਧਣਾ ਤੇ ਪਾਵਰ 'ਚ ਨਾ ਹੋਣ ਤੇ ਇੰਨੀ ਇਨਕਮ ਘਟਣਾ, ਇਹ ਕਿਵੇਂ ਹੋ ਰਿਹਾ? ਖੈਰ, ਇਹਨਾਂ ਖਿਆਲਾਤਾਂ ਨਾਲ ਮੈਂ ਤੁਹਾਨੂੰ ਛੱਡ ਕੇ ਜਾ ਰਿਹਾ। ਇਲੈਕਸ਼ਨ ਆ ਰਹੀ ਹੈ, ਸੋਚ ਸਮਝ ਕੇ ਧਿਆਨ ਨਾਲ ਵੋਟ ਪਾਇਓ ਤੇ ਦੇਖਦੇ ਰਹੋ ਪੰਜਾਬ ਟੁਡੇ। ਸਤਿ ਸ਼੍ਰੀ ਅਕਾਲ।